सत श्री अकाल जी। हकीकत टीवी पंजाबी देख रहे साढ़े सारे दर्शकों का स्वागत। मैं हाँ कासिफ फारूकी। इन्हें दिनी पंजाब के साबका DGP सुमेध सिंह सैनी अपनी ही पुलिस तो ਜਿਹੜੇ लुकते फिर रहे ने। हालात ये ने कि पुलिस वालों अपने साबका बॉस जिन्हों फड़न दे लई छापेमारी की जा रही है, पर एक जड़ा ताज़ा झटका जड़ा मोहाली कोर्ट ने दिता है। सुप्रीम कोर्ट दे विच उन्होंने अपनी अगाऊ जमानत की अर्जी लगाई सी। अर्जी लगाउण तो बाद ਜਿਹੜਾ ਉਸ ਦੇ ਵਿੱਚ ਕੁਝ ਕਮੀਆਂ ਪਾਈਆਂ ਗਈਆਂ ਅਤੇ ਉਸ ਨੂੰ ਵਾਪਸ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜਾ ਮੋਹਾਲੀ ਕੋਰਟ ਨੇ ਇੱਕ ਵੱਡਾ ਝਟਕਾ ਸੁਮੇਧ ਸੈਣੀ ਨੂੰ ਦਿੱਤਾ ਹੈ ਕਿ 25 ਸਤੰਬਰ ਤੱਕ ਜਿਹੜਾ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ। ਇਸ ਦੇ ਨਾਲ ਹੀ ਇੱਕ ਹੋਰ ਮਾੜੀ ਖਬਰ ਜਿਹੜੀ ਸੁਮੇਧ ਸੈਣੀ ਦੇ ਲਈ ਇਹ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਬਹਿਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ ਸਿੱਧਾ ਜਿਹੜਾ ਜ਼ਿੰਮੇਵਾਰ ਹੈ ਉਹ ਸੁਮੇਧ ਸੈਣੀ ਅਤੇ ਉਸਦੇ ਜਿਹੜੇ ਸਹਿਯੋਗੀ ਅਧਿਕਾਰੀ ਰਹੇ ਹੋ ਤੇ ਹੇਠਲੇ ਅਧਿਕਾਰੀ ਉਮਰਾ ਲੰਗਰ ਹੋਰਾਂ ਨੂੰ ਬਣਾਇਆ। ਪੂਰੇ ਮਾਮਲੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜ ਗਏ ਨੇ ਸਾਡੇ ਸੀਨੀਅਰ ਐਡੀਟਰ ਕੁਲਵੰਤ ਸਿੰਘ। ਕੁਲਵੰਤ ਜੀ, ਦੇਖੋ ਹਾਲਾਤ ਕਿਹੋ ਜਿਹੇ ਹੋ ਗਏ ਨੇ ਕਿ ਕਿਸੇ ਵੇਲੇ ਜ਼ੈਡ ਸਿਕਿਉਰਿਟੀ ਛੱਡ ਕੇ ਆਪਣਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਅਲੋਪ ਹੋ ਗਏ ਨੇ ਸਾਬਕਾ DGP, ਔਰ ਦੂਸਰੇ ਪਾਸੇ ਬਹਿਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ ਵੀ ਵੱਡਾ ਇੱਕ ਫੈਸਲਾਕੁਨ ਮੋੜ ਆਇਆ। ਕੀ ਕਹਿਣਾ ਤੁਹਾਡਾ? देखो कासिफ, ਜਿਹੜਾ ਤੁਸੀਂ ਇਹ ਗੱਲ ਕੀਤੀ ਹੈ ਕਿ ਕਿਸੇ ਵੇਲੇ ਜਿਹੜੇ ਬੌਸ ਪੰਜਾਬ ਪੁਲਿਸ ਦੇ ਜਿਹੜੇ ਬੌਸ ਸੀ ਜਿਹਨੂੰ ਇੱਕ ਕਤਾਰ 'ਚ ਖੜੇ ਹੋ ਕੇ ਸਾਰੀ ਪੁਲਿਸ ਸਲਾਮਾਂ ਮਾਰਦੀ ਸੀ, ਅੱਜ ਉਹ ਪੁਲਿਸ ਜਿਹੜੀ ਹੈ ਉਹ ਪੁਲਿਸ ਦੇ ਇੱਕ ਛੋਟੇ ਲੈਵਲ ਦੇ ਅਖਬਾਰਾਂ 'ਚ ਜੇਕਰ ਆਪਾਂ ਮੀਡੀਆ 'ਚ ਛਪੀਆਂ ਤਸਵੀਰਾਂ ਦੇਖੀਏ ਤਾਂ ਇੱਕ ਛੋਟੇ ਲੈਵਲ ਦੇ ਹਵਲਦਾਰ ਲੈਵਲ ਦੇ ਜਿਹੜੇ ਬੰਦੇ ਨੇ ਉਹ ਉਹਨਾਂ ਨੂੰ ਫੜਨ ਗਏ ਹੋਏ ਨੇ। ਸੋ ਇਹ ਹਾਲਾਤ ਨੇ, ਇਹ ਵਕਤ ਹੈ ਜਿਹੜਾ ਕਿ ਜਦੋਂ ਪਲਟੀ ਮਾਰਦਾ ਤੇ ਮਤਲਬ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਨੇ। ਤੇ ਇਹ ਇੱਕ ਸਬਕ ਹੈ ਕਾਸਿਫ ਜੀ, ਮੇਰੇ ਮੁਤਾਬਕ ਇਹ ਇੱਕ ਸਬਕ ਹੈ ਕਿ ਉਹਨਾਂ ਪੁਲਿਸ ਅਧਿਕਾਰੀਆਂ ਦੇ ਲਈ ਜਿਹੜੇ ਪੁਲਿਸ ਅਧਿਕਾਰੀ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਜਿਹੜਾ ਉਹ ਕਿਤੇ ਨਾ ਕਿਤੇ ਜਿਹੜਾ ਉਹਨਾਂ ਦੇ ਹੱਥਾਂ 'ਚ ਖੇਡ ਜਾਂਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹਨਾਂ ਵਾਸਤੇ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ। ਇਹੋ ਮੁਸ਼ਕਲ ਜਿਹੜੀ ਹੈ ਉਹ ਸੁਮੇਧ ਸੈਣੀ ਹੋਣਾ ਦੇ ਤੇ ਉਮਰਾ ਨੰਗਲ ਹੋਣਾ ਦੇ ਲਈ ਖੜੀ ਹੋਈ ਹੈ। ਭਾਵੇਂ ਕਿ ਫੈਸਲਾ ਜਿਹੜਾ ਅੱਗੇ ਚੱਲ ਕੇ ਜਿਹੜਾ ਉਹ ਅਦਾਲਤ ਨੇ ਦੇਣਾ, ਲੇਕਿਨ ਹੁਣ ਜਿਹੜੀਆਂ ਚਰਚਾਵਾਂ ਨੇ ਉਹਦੇ ਮੁਤਾਬਕ ਇਹ ਸਾਰਾ ਕੁਝ ਜਿਹੜਾ ਹੈ ਇਹ ਇਸੇ ਕਰਕੇ ਹੋਇਆ ਕਿ ਸਿਆਸੀ ਅਕਾਵਾਂ ਦੇ ਜਿਹੜੇ ਹੁਕਮ ਨੇ ਉਹਨਾਂ ਨੇ ਮੰਨੇ ਨੇ ਤੇ ਆਹ ਜਿਹੜੀਆਂ ਮੁਸ਼ਕਲਾਂ ਇਹ ਖੜੀਆਂ ਹੋ ਗਈਆਂ। ਤੇ ਕੁਲਵੰਤ ਜੀ, ਤੁਸੀਂ ਪੂਰੇ ਮਾਮਲੇ ਨੂੰ ਜਿਹੜਾ ਬਹਿਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ ਬੜੇ ਵੱਡੇ ਜਿਹੜੇ ਇਲਜ਼ਾਮ ਨੇ ਉਹ ਸਿੱਟ ਦੇ ਜਿਹੜੇ ਮੈਂਬਰ ਨੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਲਗਾਏ ਨੇ ਸੁਮੇਧ ਸੈਣੀ ਤੇ ਉਮਰਾ ਨੰਗਲ ਨੂੰ, ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ ਕਾਸਿਫ, ਜਿਸ ਤਰ੍ਹਾਂ ਦਾ ਤੁਸੀਂ ਇਹ ਗੱਲ ਕੀਤੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੇ ਨਾਲ ਜਿਸ ਤਰ੍ਹਾਂ ਜਦੋਂ ਕੋਰਟ ਨੇ ਇਹ ਪੁੱਛਿਆ ਉਹਨਾਂ ਨੂੰ ਕਿ ਕੀ ਇਸ ਮਾਮਲੇ ਦੇ ਵਿੱਚ ਬਹਿਬਲ ਕਲਾਂ ਗੋਲੀकांड ਦੇ ਮਾਮਲੇ ਦੇ ਵਿੱਚ ਇਹ ਮੁਲਜ਼ਮ ਕਿਹੜੇ ਲੋਕ ਨੇ ਜੀ, ਤਾਂ ਉਹਦੇ ਵਿੱਚ ਫਿਰ ਉਹਨਾਂ ਨੇ ਜਦੋਂ ਹੋਰਾਂ ਲੋਕਾਂ ਦੇ ਨਾਮ ਗਿਣਾਏ ਤੇ ਉਹਦੇ ਵਿੱਚ ਇੱਕ ਇਹ ਵੀ ਗਿਣਾਇਆ ਕਿ ਇਹ ਸੁਮੇਧ ਸੈਣੀ ਤੇ ਉਮਰਾ ਨੰਗਲ ਵੀ ਇਹਦੇ ਵਿੱਚ ਮੁਲਜ਼ਮ ਨੇ ਜੀ। ਸੋ ਇਹ ਪਹਿਲੀ ਵਾਰੀ ਹੋਇਆ ਕਿ ਸੁਮੇਧ ਸੈਣੀ ਤੇ ਉਮਰਾ ਨੰਗਲ ਦਾ ਨਾਮ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਿੱਧੇ ਤੌਰ ਦੇ ਉੱਤੇ ਉਹਨਾਂ ਦਾ ਨਾਮ ਜਿਹੜਾ ਅਦਾਲਤ ਵਿੱਚ ਲਿਆ, ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਪਸ਼ਟ ਹੋ ਗਿਆ ਕਿ ਇਹ ਦੋ ਬੰਦੇ ਜਿਹੜੇ ਮੁਲਜ਼ਮ ਦੇ ਤੌਰ ਤੇ ਆਉਣਗੇ ਤੇ ਇਹਨਾਂ ਦੀ ਗ੍ਰਿਫਤਾਰੀਆਂ ਵੀ ਹੋਣਗੀਆਂ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਸਿਆਸਤ ਵੀ ਪੱਕੇਗੀ। ਕਾਸਿਫ ਜੀ, ਸੁਮੇਧ ਸੈਣੀ ਉਹ ਸ਼ਖਸ ਨੇ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਬਾਦਲਾਂ ਦੇ ਬਹੁਤ ਨੇੜੇ ਨੇ, ਉਹਨਾਂ ਨੇ ਇਹਨਾਂ ਨੂੰ DGP ਬਣਾਇਆ। ਉਹਨਾਂ ਆਪ ਵਾਲਿਆਂ ਦੇ ਜੇਕਰ ਦੋਸ਼ਾਂ ਨੂੰ ਮੰਨਿਆ ਜਾਵੇ ਤਾਂ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਇਹਨਾਂ ਨੂੰ ਹੋਰਾਂ ਅਧਿਕਾਰੀਆਂ ਨੂੰ ਨਜ਼ਰਅੰਦਾਜ਼ ਕਰਕੇ, ਸੀਨੀਅਰਟੀ ਨੂੰ ਨਜ਼ਰਅੰਦਾਜ਼ ਕਰਕੇ ਇਹਨਾਂ ਨੂੰ ਜਿਹੜਾ ਉਹਨਾਂ ਨੇ DGP ਬਣਾ ਦਿੱਤਾ। ਤੇ ਜੇਕਰ ਹੁਣ ਲੱਭਣਾ ਹੀ ਹੈ ਇਹਨਾਂ ਨੂੰ ਜ਼ੈਡ ਸਿਕਿਉਰਿਟੀ ਦੇ ਬਾਵਜੂਦ ਇੱਕ ਬੰਦਾ ਜਿਹੜਾ ਉਹ ਭਗੌੜਾ ਕਿਸ ਤਰ੍ਹਾਂ ਹੋ ਸਕਦਾ, ਜੇ ਇਹਨਾਂ ਨੂੰ ਲੱਭਣਾ ਹੀ ਹੈ ਤਾਂ ਤੁਸੀਂ ਇਹਨਾਂ ਦੇ ਬਾਦਲਾਂ ਦੇ ਫਾਰਮ ਹਾਊਸਾਂ ਦੇ ਉੱਤੇ ਜਾ ਕੇ ਛਾਪਾਮਾਰੀ ਕੀਤੀ ਜਾਵੇ, ਉੱਥੋਂ ਇਹ ਲੱਭ ਸਕਦੇ ਨੇ। ਸੋ ਇਹ ਦੇਖਣਾ ਇਹ ਹੋਏਗਾ ਕਿ ਸੁਮੇਧ ਸੈਣੀ ਦਾ ਜਿਹੜਾ ਲਿੰਕ ਹੈ ਉਹ ਇਹ ਕਿਹਾ ਜਾ ਰਿਹਾ ਕਿ ਬਾਦਲਾਂ ਦੇ ਬਹੁਤ ਨਜ਼ਦੀਕ ਨੇ, ਕਿਉਂਕਿ ਜਿਹੜਾ ਇਹ ਬਹਿਬਲ ਕਲਾਂ ਗੋਲੀकांड ਹੋਇਆ ਉਸ ਵੇਲੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਜਿਹੜਾ ਸੀਗਾ ਉਹਨਾਂ ਦਾ ਜਿਹੜਾ ਪੋਰਟਫੋਲੀਓ ਸੀਗਾ ਉਹ ਸੀਗਾ ਸੁਖਬੀਰ ਸਿੰਘ ਬਾਦਲ ਹੋਣਾ ਕੋਲੇ ਤੇ ਮੁੱਖ ਮੰਤਰੀ ਸੀਗੇ ਜਿਹੜੇ ਪ੍ਰਕਾਸ਼ ਸਿੰਘ ਬਾਦਲ। ਸੋ ਇਹ ਚੀਜ਼ਾਂ ਜਿਹੜੀਆਂ ਨੇ ਗੋਲੀकांड ਜਿਸ ਵੇਲੇ ਹੋਇਆ ਸਰਕਾਰ ਅਕਾਲੀਆਂ ਦੀ ਸੀਗੀ, ਸੁਮੇਧ ਸੈਣੀ DGP ਸੀਗੇ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਇਹ ਕਹਿ ਰਹੇ ਨੇ ਕਿ ਇਹ ਇਹਦੇ ਵਿੱਚ ਮੁਲਜ਼ਮ ਨੇ ਤੇ ਸਾਜ਼ਿਸ਼ ਘਾੜਿਆਂ ਦੇ ਵਿੱਚ ਇਹਨਾਂ ਦੋਨਾਂ ਦਾ ਨਾਮ ਆ ਰਿਹਾ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਭਖਣ ਵਾਲੀ ਹੈ ਤੇ 2022 ਦੇ ਵਿੱਚ ਇਹ ਚੋਣ ਮੁੱਦਾ ਵੀ ਬਣੇਗਾ ਇੱਕ ਵਾਰ ਫੇਰ, ਜਿੱਦਾਂ ਪਹਿਲਾਂ ਇੱਕ ਵਾਰੀ ਚੋਣ ਮੁੱਦਾ ਬਣ ਕੇ ਸਰਕਾਰ ਬਦਲੀ ਸੀ ਤੇ ਹੁਣ ਵੀ ਇਸੇ ਤਰ੍ਹਾਂ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੁੱਦੇ ਨੂੰ ਭਖਾ ਕੇ ਤੇ ਜਨਤਾ ਦਾ ਧਿਆਨ ਜਿਹੜਾ ਉਹਦੇ ਵੱਲ ਖਿੱਚ ਕੇ ਤੇ ਵੋਟਾਂ ਹਾਸਲ ਕੀਤੀਆਂ ਜਾਣਗੀਆਂ। ਜਿਵੇਂ ਕਿ
1984 ਦੇ ਮੁੱਦੇ ਨੂੰ 1984 ਸਿੱਖ ਕਤਲੇਆਮ ਦੇ ਮੁੱਦੇ ਨੂੰ ਜਿਹੜਾ ਉਹ ਹਰ ਵਾਰ ਅਕਾਲੀ ਜਿਹੜੇ ਭੁਨਾਉਂਦੇ ਆਏ ਨੇ, ਤੇ ਹੁਣ ਮੈਨੂੰ ਲੱਗਦਾ ਹੈ ਕਿ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਕਾਂਗਰਸ ਨੂੰ ਭੁਨਾਈ। ਤੇ ਪਰ ਕਿਸੇ ਵੇਲੇ ਤੁਹਾਡਾ ਵੱਡਾ ਤਜਰਬਾ ਹੈ ਪੱਤਰਕਾਰੀ ਦੇ ਲਿਹਾਜ਼ ਵਿੱਚ, ਬੜੇ ਟਾਈਮ ਤੋਂ ਤੁਸੀਂ ਬਹੁਤ ਸਾਰੀਆਂ ਸਟੋਰੀਆਂ ਕਵਰ ਕਰਦੇ ਆ ਰਹੇ ਹੋ ਕੁਲਵੰਤ ਜੀ, ਕਿਸੇ ਵੇਲੇ ਸੁਪਰ ਕੌਪ ਮੰਨਿਆ ਜਾਂਦਾ ਸੀ। ਜੀ ਤੇ ਬਿਲਕੁਲ ਸੁਪਰ ਕੌਪ ਮੰਨੇ ਜਾਂਦੇ ਸੀ। ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਕਿ ਇਹ ਸੁਪਰ ਕੌਪ ਇਹਨਾਂ ਦੇ ਜਿਹੜੇ ਕਾਰਨਾਮੇ ਨੇ ਉਹ ਪੁਰਾਣੇ ਕਾਫੀ ਜਿਹੜੇ ਖਾੜਕੂਵਾਦ ਵੇਲੇ ਦੇ ਕਾਰਨਾਮੇ ਜਿਹੜੇ ਸੀ ਉਹ ਅੱਜ ਵੀ ਜਿਹੜੇ ਇਹਨਾਂ ਦੀ ਪੁਲਿਸ ਦੀਆਂ ਫਾਈਲਾਂ ਦੇ ਵਿੱਚ ਦਰਜ ਨੇ। ਤੇ ਇਹਨਾਂ ਵਿੱਚੋਂ ਇੱਕ ਜਿਹੜਾ ਬਲਵੰਤ ਸਿੰਘ ਮੁਲਤਾਨੀ ਦਾ ਕਾਰਨਾਮਾ ਵੀ ਹੋਇਆ ਸੀਗਾ, ਤੇ ਉਸ ਵੇਲੇ ਜਿਹੜਾ ਸੀ ਇਹ ਕਿਹਾ ਗਿਆ ਸੀਗਾ ਕਿ ਸੁਮੇਧ ਸਿੰਘ ਸੈਣੀ ਉਹਨਾਂ ਦੇ ਐਸਐਸਪੀ ਹੋਇਆ ਕਰਦੇ ਸੀ ਮੈਨੂੰ ਲੱਗਦਾ ਉਸ ਟਾਈਮ, ਤੇ ਇਹ ਉਹਨਾਂ ਦੇ ਕਾਫਲੇ ਨੂੰ ਜਿਹੜਾ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਹਨਾਂ ਨੂੰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਤੇ ਉਸ ਕੇਸ ਦੇ ਵਿੱਚ 29 ਸਾਲ ਪਹਿਲਾਂ ਜਿਹੜਾ ਕੇਸ ਹੋਇਆ ਸੀਗਾ, ਉਸੇ ਕੇਸ ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਜਿਹੜਾ ਸਿਟਕੋ ਦੇ ਜੂਨੀਅਰ ਇੰਜੀਨੀਅਰ ਸੀਗੇ ਉਸ ਵੇਲੇ, ਤੇ ਉਹਨਾਂ ਨੂੰ ਜਿਹੜਾ ਉਹ ਅਗਵਾ ਕਰਕੇ ਤੇ ਉਹਨਾਂ ਨੂੰ ਤਸੀਹੇ ਦੇ ਕੇ ਤੇ ਮਾਰਨ ਦੀ ਜਿਹੜੀ ਇਹ ਦੋਸ਼ ਨੇ ਉਹ ਸੁਮੇਧ ਸਿੰਘ ਸੈਣੀ ਉਹਨਾਂ ਤੇ ਲੱਗੇ ਨੇ। ਅਦਾਲਤ ਦੇ ਵਿੱਚ ਜਿਹੜਾ ਕੁਝ ਲੋਕਾਂ ਨੇ ਜਿਹੜੇ ਉਹਨਾਂ ਦੇ ਪੁਲਿਸ ਅਧਿਕਾਰੀ ਸੀਗੇ, ਉਹਨਾਂ ਨੇ ਹੀ ਆ ਕੇ ਜਿਹੜਾ ਇਹਦੇ ਬਿਆਨ ਦਿੱਤੇ ਨੇ ਕਿ ਆਹ ਇਸ ਤਰ੍ਹਾਂ ਹੋਇਆ ਸੀ, ਤੇ ਉਹਦੇ ਚ ਉਸ ਤੋਂ ਬਾਅਦ ਹੀ ਜਿਹੜਾ ਕਤਲ ਦੇ ਚਾਰਜਿਸ ਜਿਹੜੇ ਸੀਗੇ ਉਹ ਸੁਮੇਧ ਸਿੰਘ ਸੈਣੀ ਦੇ ਉੱਤੇ ਅਦਾਲਤ ਵੱਲੋਂ ਜਿਹੜੇ ਉਹ ਲਗਾਏ ਗਏ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਤੱਕ ਜਾ ਆਏ ਨੇ ਪਰ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ। ਤੇ ਕੁਲਵੰਤ ਜੀ, ਇੱਕ ਬੜਾ ਅਹਿਮ ਸਵਾਲ ਇੱਥੇ ਇਹ ਹੈ ਜਿਹੜੇ ਆਮ ਲੋਕ ਜਾਣਨਾ ਚਾਹੁੰਦੇ ਨੇ ਕਿ ਅਗਰ ਕਿਸੇ ਆਮ ਇਨਸਾਨ ਨੇ, ਆਮ ਬੰਦੇ ਨੇ ਕੋਈ ਜੁਰਮ ਕੀਤਾ ਹੁੰਦਾ ਤੇ ਹੁਣ ਤੱਕ ਕਈ ਵਾਰ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੁੰਦੀ, ਪਰ ਸੁਮੇਧ ਸੈਣੀ ਹਜੇ ਤੱਕ ਅੰਡਰਗਰਾਉਂਡ ਨੇ, ਉਹਨਾਂ ਨੂੰ ਕੋਈ ਵੀ ਅਜੇ ਤੱਕ ਕਿਸੇ ਪਾਸੇ ਗ੍ਰਿਫਤਾਰੀ ਨਹੀਂ ਜਿਹੜੀ ਹੋ ਸਕੀ। ਫਟਕਾਰ ਵੀ ਲਾਈ ਹੈ, 25 ਸਤੰਬਰ ਤੱਕ ਟਾਈਮ ਵੀ ਦਿੱਤਾ ਹੈ ਅਦਾਲਤ ਨੇ ਪੁਲਿਸ ਨੇ, ਤੁਹਾਨੂੰ ਲੱਗਦਾ ਹੈ ਕਿ ਗ੍ਰਿਫਤਾਰੀ ਹੋ ਸਕੇਗੀ? ਦੇਖੋ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਆਮ ਲੋਕਾਂ ਦੇ ਜੇਕਰ ਇੱਕ ਕੇਸ ਹੁੰਦਾ ਉਹਨੂੰ ਜਿਹੜਾ ਉਹ ਕਦੋਂ ਕਿੰਨੀ ਵਾਰ ਗ੍ਰਿਫਤਾਰ ਕੀਤਾ ਜਾ ਸਕਦਾ, ਤੁਸੀਂ ਬਿਲਕੁਲ ਸਹੀ ਕਰ ਰਹੇ ਹੋ। ਲੇਕਿਨ ਇਹ ਤਾਂ ਸੁਮੇਧ ਸੈਣੀ ਨੇ ਡੀਜੀਪੀ ਰਹਿ ਚੁੱਕੇ ਨੇ, ਬਹੁਤ ਵੱਡੀ ਜਿਹੜੀ ਜਿਹੜਾ ਰੁਤਬਾ ਹੁੰਦਾ ਡੀਜੀਪੀ ਦਾ, ਪੰਜਾਬ ਪੁਲਿਸ ਜਿਹੜੀ ਉਹਨਾਂ ਦੇ ਸਾਰੇ ਅਧੀਨ ਹੁੰਦੀ ਹੈ। ਤੇ ਤੁਸੀਂ ਬਹਿਬਲ ਕਲਾਂ ਗੋਲੀकांड ਕੋਟਪੂਰਾ ਗੋਲੀकांड ਦੇ ਮਾਮਲਿਆਂ 'ਚ ਹੀ ਦੇਖ ਲਓ, ਆਪਾਂ ਉਧਰੋਂ ਇਹ ਸੈਣੀ ਦੇ ਮਾਮਲੇ ਨੂੰ ਕਿੱਡਾ ਵੱਡਾ ਆਪਾਂ ਮੰਨ ਸਕਦੇ ਹਾਂ ਵੀ ਉਹਨਾਂ ਦੇ ਕੇਸ ਤੋਂ ਆਪਾਂ ਉਦਾਹਰਨ ਦੇ ਤੌਰ ਦੇ ਉੱਤੇ ਆਪਾਂ ਇਸ ਲਈ ਦਈਏ ਕਿ ਜਦੋਂ ਬਹਿਬਲ ਕਲਾਂ ਤੇ ਕੋਟਪੂਰਾ ਗੋਲੀकांड ਦੇ ਮਾਮਲੇ ਹੋਏ ਤਾਂ ਉਸ ਵਿੱਚ ਜਦੋਂ FIR ਦਰਜ ਹੋਈ ਤਾਂ ਉਸ ਵਿੱਚ ਉਹਨਾਂ ਨੇ ਆਪਣੀ ਪੁਲਿਸ ਨੂੰ ਹੀ ਅਣਪਛਾਤੀ ਦੱਸਤਾ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਬੰਦੇ, ਕਹਿਣ ਦਾ ਭਾਵ ਇਹ ਹੈ ਕਿ ਹੁਣ ਜਿਹੜਾ ਉਹ ਹਿਸਾਬ ਦੇਣ ਦਾ ਸਮਾਂ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲਾ ਹੈ, ਉਹ ਚਾਹੇ ਮੁਲਤਾਨੀ ਮਾਮਲੇ ਦੇ ਵਿੱਚ ਹੋਵੇ ਜਾਂ ਫਿਰ ਬਹਿਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ। ਦੇਖੋ, ਫੈਸਲਾ ਜਿਹੜਾ ਮੈਂ ਫੇਰ ਕਹਾਂਗਾ ਅਦਾਲਤ ਨੇ ਕਰਨਾ ਹੈ, ਲੇਕਿਨ ਜੋ ਹਿਸਾਬ ਤਾਂ ਦੇਣਾ ਪੈਣਾ ਹਾਲਾਤ, ਅਦਾਲਤ ਨੂੰ ਵੀ ਹਿਸਾਬ ਤਾਂ ਦੇਣਾ ਪੈਣਾ। ਹਾਂ ਬਿਲਕੁਲ, ਜੋ ਮੌਕੇ ਤੇ ਹਾਲਾਤ ਬਣੇ ਹੋਏ ਨੇ ਉਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਜਿਹੜਾ ਹਿਸਾਬ ਕਿਤਾਬ ਦਾ ਵਕਤ ਆ ਗਿਆ। ਜਿਹੜੇ ਬੰਦੇ ਦੇ ਦੇਖੋ, ਇੱਕ ਚੀਜ਼ ਤਾਂ ਹੈ ਕਿ ਮੁਲਤਾਨੀ ਬਲਵੰਤ ਸਿੰਘ ਮੁਲਤਾਨੀ ਉਹਨਾਂ ਦੀ ਜਾਨ ਗਈ ਹੈ, ਉਹਨਾਂ ਦਾ ਕਤਲ ਹੋਇਆ। ਭਾਈ ਰੇਸ਼ਮ ਸਿੰਘ ਤੇ ਭਾਈ ਕ੍ਰਿਸ਼ਨ ਭਗਵਾਨ ਉਹਨਾਂ ਦੇ ਜਿਹੜਾ ਬਹਿਬਲ ਕਲਾਂ ਗੋਲੀकांड ਦੇ ਵਿੱਚ ਉਹਨਾਂ ਦਾ ਵੀ ਕਤਲ ਹੋਇਆ, ਉੱਥੇ ਜਾਨ ਗਈ ਹੈ ਉਹਨਾਂ ਦੀ, ਉੱਥੇ ਕਈ ਲੋਕ ਅਪਾਹਜ ਹੋਏ ਨੇ। ਇਹਨਾਂ ਚੀਜ਼ਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੋਸ਼ੀ ਕੌਣ ਨੇ ਇਸ ਦਾ ਫੈਸਲਾ ਅਦਾਲਤ ਨੇ ਕਰਨਾ, ਤੇ ਹੁਣ ਜਿਹੜਾ ਹਿਸਾਬ ਕਿਤਾਬ ਦੇਣ ਦਾ ਜਿਹੜਾ ਉਹ ਵਾਕਈ ਵਕਤ ਆ ਗਿਆ ਕਿ ਉਸ ਵੇਲੇ ਡੀਜੀਪੀ ਇਹ ਸੀਗੇ, IG ਪਰਮਰਾਜ ਸਿੰਘ ਉਮਰਾ ਨਗਲ ਸੀਗੇ। ਜੇਕਰ ਮੁਲਤਾਨੀ ਕੇਸ ਦੀ ਗੱਲ ਕਰੀਏ ਤਾਂ ਉਸ ਵੇਲੇ ਵੀ SSP ਜਿਹੜੇ ਸੁਮੇਧ ਸਿੰਘ ਸੈਣੀ ਸੀਗੇ, ਤੇ ਉਹ ਉਹਨਾਂ ਦੇ ਖਿਲਾਫ ਜਿਹੜੇ ਨੇ ਕਾਫੀ ਕੁਝ ਸਬੂਤ ਨਿਕਲ ਕੇ ਸਾਹਮਣੇ ਆ ਰਹੇ ਨੇ, ਤੇ ਮੈਨੂੰ ਲੱਗਦਾ ਕਿ ਹਿਸਾਬ ਕਿਤਾਬ ਦੇਣ ਦਾ ਹੁਣ ਵੇਲਾ ਆ ਗਿਆ। ਤੇ ਅਗਲੀ ਕਾਰਵਾਈ ਕੀ ਹੋ ਸਕਦੀ ਹੈ ਗ੍ਰਿਫਤਾਰੀ ਤੋਂ ਬਾਅਦ? ਜਿਹੜਾ ਕਿੰਨੀ ਸਜ਼ਾ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਦੋਸ਼ੀ ਠਹਿਰਾਏ ਜਾਂਦੇ ਨੇ ਜਿਹੜੇ ਸਾਬਕਾ DGP ਨੇ, ਤਾਂ ਕੀ ਹੋ ਸਕਦਾ ਹੈ? ਦੇਖੋ, ਜੇਕਰ ਆਪਾਂ ਬਲਵੰਤ ਸਿੰਘ ਮੁਲਤਾਨੀ ਹੋਣਾ ਦੇ ਮਾਮਲੇ ਦੀ ਗੱਲ ਕਰੀਏ, ਬਲਵੰਤ ਸਿੰਘ ਮੁਲਤਾਨੀ ਹੋਣਾ ਦੇ ਮਾਮਲੇ ਦੇ ਵਿੱਚ ਧਾਰਾ 302 ਜਿਹੜੀ ਆ ਉਹਦੇ ਚ ਕੈਪੀਟਲ ਪਨਿਸ਼ਮੈਂਟ ਹੈ, ਮਤਲਬ ਉਹਦੇ ਚ ਵੱਧ ਤੋਂ ਵੱਧ ਪਨਿਸ਼ਮੈਂਟ ਹੈ, ਉਹਦੇ ਚ ਸਜ਼ਾਏ ਮੌਤ ਵੀ ਹੋ ਸਕਦੀ ਹੈ, ਤੇ ਉਹਦੇ ਵਿੱਚ ਜਿਹੜਾ ਉਹ ਆਪਣਾ ਲਾਈਫ ਇੰਪ੍ਰਿਜ਼ਨਮੈਂਟ ਯਾਨੀ ਕਿ ਉਮਰ ਕੈਦ ਵੀ ਹੋ ਸਕਦੀ ਹੈ। ਤੇ ਜੇਕਰ ਆਪਾਂ ਉਧਰ ਆਈਏ ਦੂਜੇ ਪਾਸੇ ਬਹਿਬਲ ਕਲਾਂ ਤੇ ਗੋਲੀकांड ਮਾਮਲੇ ਚ, ਤਾਂ ਉਹਦੇ ਵਿੱਚ ਧਾਰਾਵਾਂ ਦੇ ਉੱਤੇ ਡਿਪੈਂਡ ਕਰੇਗਾ ਵੀ ਕਿਹੜੀ ਧਾਰਾਵਾਂ ਦੇ ਤਹਿਤ ਜਿਹੜਾ ਉਹ ਉਹਦੇ ਵਿੱਚ ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ, ਕਿਹੜੀ ਧਾਰਾਵਾਂ ਦੇ ਤਹਿਤ ਉਹਨਾਂ ਦੇ ਉੱਤੇ ਦੋਸ਼ ਸਾਬਤ ਹੁੰਦੇ ਨੇ, ਤੇ ਉਸੇ ਦੇ ਮੁਤਾਬਕ ਜਿਹੜੀ ਕਿ ਅੱਗੇ ਕਾਰਵਾਈ ਹੋਏਗੀ। ਲੇਕਿਨ ਇੱਕ ਗੱਲ ਮੈਂ ਫੇਰ ਕਹਿ ਰਿਹਾ ਕਿ ਪੂਰਾ ਦਾ ਪੂਰਾ ਅਕਾਲੀ ਦਲ ਜਿਹੜਾ ਇਹਦੇ ਮਾਮਲੇ ਦੇ ਉੱਤੇ ਜਿਹੜਾ ਉਹ ਘਿਰੇਗਾ, ਕਿਉਂਕਿ ਸੁਮੇਧ ਸਿੰਘ ਸੈਣੀ ਜਿਸ ਵੇਲੇ DGP ਸੀ, ਇਹ ਗੋਲੀकांड ਹੋਇਆ ਸੀ, ਉਸ ਵੇਲੇ ਸਰਕਾਰ ਜਿਹੜੀ ਸੀ ਉਹ ਅਕਾਲੀਆਂ ਦੀ ਸੀ। ਤੇ DGP ਨੇ ਜੇਕਰ ਅਦਾਲਤ ਵਿੱਚ ਜਾ ਕੇ ਜਾਂ ਕਿਸੇ ਤਰ੍ਹਾਂ ਪੁਲਿਸ ਕੋਲ ਜਾ ਕੇ ਬਿਆਨ ਦੇ ਦਿੱਤਾ
ਕਿ ਮੈਂ ਤਾਂ ਜੋ ਕੁਝ ਕੀਤਾ ਉਹ ਆਪਣੇ ਆਕਾਵਾਂ ਦੇ ਕਹਿਣ ਦੇ ਉੱਤੇ ਕੀਤਾ, ਤਾਂ ਫਿਰ ਮੁਸ਼ਕਲ ਖੜੀ ਹੋ ਜਾਂਦੀ ਜੀ। ਕੁਲਵੰਤ ਜੀ, ਮਾਮਲੇ ਹੋਰ ਵੀ ਬਹੁਤ ਸਾਰੇ ਨੇ, ਬਹੁਤ ਸਾਰੇ ਜਿਹੜੇ ਸਾਬਕਾ ਡੀਜੀਪੀ ਚਰਚਾ ਦੇ ਵਿੱਚ ਵੀ ਰਹੇ ਨੇ, ਚਾਹੇ ਡੀਜੀਪੀ ਹੁੰਦੇ ਵੀ ਚਰਚਾ ਦੇ ਵਿੱਚ ਰਹੇ ਨੇ, ਚਾਹੇ KPS ਗਿੱਲ ਹੋਵੇ ਜਾਂ ਹੋਰ ਬਹੁਤ ਸਾਰੇ ਜਿਹੜੇ ਕਹਿ ਸਕਦੇ ਹਾਂ ਕਿ ਡੀਜੀਪੀ ਆਪਣੀ ਕੁਰਸੀ ਤੇ ਬੈਠਣ ਵੇਲੇ ਅਤੇ ਕੁਰਸੀ ਤੇ ਬੈਠਣ ਤੋਂ ਬਾਅਦ ਚਰਚਾ ਦੇ ਵਿੱਚ ਰਹੇ ਨੇ। ਆਖਿਰ ਇੰਨਾ ਜ਼ਿਆਦਾ ਮਸਲਾ ਸੁਮੇਧ ਸਿੰਘ ਸੈਣੀ ਸੁਮੇਧ ਸੈਣੀ ਦਾ ਕਿਉਂ ਉਠਾਇਆ ਜਾ ਰਿਹਾ, ਕੀ ਕਾਰਨ ਮੰਨਦੇ ਹੋ? ਦੇਖੋ, ਇਸ ਤਰ੍ਹਾਂ ਹੈ ਕਿ ਕਿਉਂਕਿ ਥਾਂ ਦੇ ਪੋਸਟਰ ਵੀ ਜਿਹੜੇ ਸਿੱਖ ਜਥੇਬੰਦੀਆਂ ਵੱਲੋਂ ਜਿਹੜੇ ਲਗਾਏ ਗਏ ਸੀ, ਬੇਸ਼ੱਕ ਉਹ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਉਤਾਰ ਦਿੱਤਾ ਬਾਅਦ ਦੇ ਵਿੱਚ, ਇਨਾਮ ਵਾਲੇ ਪੋਸਟਰ ਜਿਹੜੇ ਲੱਗੇ ਸੀ, ਕੀ ਕਾਰਨ ਮੰਨਦੇ ਹੋ? ਦੇਖੋ, ਇਸ ਤਰ੍ਹਾਂ ਹੈ ਕਿ ਸੁਮੇਧ ਸਿੰਘ ਸੈਣੀ ਉੱਤੇ ਅਕਸਰ ਇਹ ਦੋਸ਼ ਲੱਗਦੇ ਆਏ ਨੇ ਕਿ ਉਹਨਾਂ ਨੇ ਖਾੜਕੂਵਾਦ ਵੇਲੇ ਵੀ ਜਿਹੜਾ ਉਹ ਕਾਫੀ ਜਿਹੜਾ ਉਹ ਜ਼ਿਆਦਤੀਆਂ ਕੀਤੀਆਂ ਨੇ, ਜ਼ਿਆਦਤੀਆਂ ਕੀਤੀਆਂ ਨੇ, ਤੇ ਇਸੇ ਨੂੰ ਲੈ ਕੇ ਜਿਹੜਾ ਦਲ ਖਾਲਸਾ ਵਾਲੇ, ਯੂਨਾਈਟਿਡ ਸਿੱਖ ਜਿਹੜੀ ਸਿੱਖ ਆਰਗੇਨਾਈਜੇਸ਼ਨਸ ਹੋਰ ਪਤਾ ਨਹੀਂ ਕਿੰਨੀਆਂ ਆਰਗੇਨਾਈਜੇਸ਼ਨ ਇਕੱਠੀਆਂ ਹੋਈਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਹਨਾਂ ਸਾਰੀਆਂ ਨੇ ਇਕੱਠੇ ਹੋ ਕੇ ਜਿਹੜਾ ਇਹ ਪੋਸਟਰ ਲਾਏ ਨੇ ਕਿ ਇੱਕ ਭਗੌੜਾ, ਇੱਕ ਜ਼ੈਡ ਸਿਕਿਉਰਿਟੀ ਜੇ ਰੱਖੀ ਹੋਵੇ, ਕਿਸੇ ਨੂੰ ਦਿੱਤੀ ਹੋਵੇ, ਉਹ ਵੀ ਬੰਦਾ ਜਿਹੜਾ ਭਗੌੜਾ ਹੋ ਜੇ ਤੇ ਇਸ ਤੋਂ ਵੱਡੀ ਤਾਂ ਜਿਹੜੀ ਆ ਉਹ ਤਰਾਸਦੀ ਹੋ ਹੀ ਨਹੀਂ ਸਕਦੀ। ਤੇ ਇਹੀ ਦੋਸ਼ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵਾਲੇ ਵੀ ਲਾ ਰਹੇ ਨੇ, ਇਹੀ ਦੋਸ਼ ਸਿੱਖ ਆਰਗੇਨਾਈਜੇਸ਼ਨਸ ਵੀ ਲਾ ਰਹੀਆਂ ਨੇ ਕਿ ਇਹ ਸਾਰਾ ਕੁਝ ਕਿਤੇ ਨਾ ਕਿਤੇ ਅਮਰਿੰਦਰ ਸਰਕਾਰ ਦੇ ਉੱਤੇ ਜਿਹੜਾ ਸਾਰਾ ਕੁਝ ਗਿਰ ਰਿਹਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਮਰਿੰਦਰ ਸਰਕਾਰ ਮਾਮਲੇ ਦੇ ਵਿੱਚ ਸਰਕਾਰ ਵੀ ਬੈਕਫੁੱਟ ਤੇ ਆ ਗਈ ਹੈ। ਬਿਲਕੁਲ ਆਏਗੀ, ਤੇ ਇਹੀ ਕਾਰਨ ਹੈ ਕਿ ਇਹ ਚੀਜ਼ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਜਾ ਕੇ ਸਿਆਸਤ ਪਖਾਏਗੀ। ਹੁਣ ਮੈਂ ਇੱਕ ਹੋਰ ਇੱਥੇ ਚੀਜ਼ ਸਪਸ਼ਟ ਕਰਾਂ ਜੀ ਕਿ ਤੁਸੀਂ ਇੱਕ ਗੱਲ ਨੋਟ ਕਰੋ, ਯਾਦ ਕਰੋ ਉਹ ਸਮਾਂ ਜਦੋਂ ਸੁਮੇਧ ਸਿੰਘ ਸੈਣੀ ਦੇ ਉੱਤੇ ਇੱਕ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਨੂੰ ਲੈ ਕੇ ਇੱਕ ਚਰਚਾ ਛਿੜ ਗਈ ਸੀ ਵੀ ਇਹਨਾਂ ਦੀ ਗ੍ਰਿਫਤਾਰੀ ਹੋਣ ਵਾਲੀ ਹੈ, ਇਹਨਾਂ ਨੂੰ ਇਹ ਫਸਣ ਵਾਲੇ ਨੇ, ਤੇ ਉਸ ਤੋਂ ਬਾਅਦ ਜਿਹੜਾ ਇਹ ਹਾਈ ਕੋਰਟ ਚਲੇ ਗਏ, ਹਾਈ ਕੋਰਟ ਨੇ ਇਹਨਾਂ ਨੂੰ ਕੁਝ ਚਿਰ ਲਈ ਜਿਹੜੀ ਜ਼ਮਾਨਤ ਦੇ ਦਿੱਤੀ, ਤੇ ਉਹ ਪੁੱਛਿਆ ਇਹਨਾਂ ਨੇ ਵੀ ਇਹਨਾਂ ਦੇ ਖਿਲਾਫ ਕੋਈ ਕੇਸ ਹੈ, ਤਾਂ ਉਹਨਾਂ ਨੇ ਕਹਿਤਾ ਨਹੀਂ, ਤੇ ਉਹਨਾਂ ਨੇ ਇਹਨਾਂ ਨੂੰ ਬਲੈਂਕਟ ਵੇਟ ਦੇ ਦਿੱਤੀ ਸੀ, ਮੇਰੇ ਖਿਆਲ ਵਿੱਚ ਪੰਜਾਬ ਹੈ। ਤੇ ਉਸ ਤੋਂ ਬਾਅਦ ਸੁਮੇਧ ਸਿੰਘ ਸੈਣੀ ਜਿਹੜੇ ਸੀਗੇ ਉਹ ਲੁਧਿਆਣਾ ਦੇ ਜਿਹੜਾ ਸਿਟੀ ਸੈਂਟਰ ਘੁਟਾਲਾ ਮਾਮਲੇ ਸੀ ਉਹਦੇ 'ਚ ਜਾਂਚ ਚਲੇ ਗਏ, ਤੇ ਉਸ ਮਾਮਲੇ ਦੇ ਵਿੱਚ ਜਾ ਕੇ ਇਹਨਾਂ ਨੇ ਇਹ ਕਹਿਤਾ ਸੀਗਾ ਕਿ ਮੈਂ ਇਹਦੇ ਵਿੱਚ ਜਾ ਕੇ ਆਪਣਾ ਕੁਝ ਖੁਲਾਸੇ ਕਰਨੇ, ਕਿਉਂਕਿ ਮੈਂ ਇਹਦੇ 'ਚ ਇਨਵੈਸਟੀਗੇਸ਼ਨ ਕੀਤੀ ਸੀ ਜੀ, ਤੇ ਭਾਵੇਂ ਕਿ ਉਹਦੇ 'ਚ ਅਦਾਲਤ ਨੇ ਉਹਨਾਂ ਨੂੰ ਅੱਗੇ ਇਜਾਜ਼ਤ ਨਹੀਂ ਦਿੱਤੀ, ਲੇਕਿਨ ਉਸ ਚੀਜ਼ ਦਾ ਇੱਕ ਜੋ ਐਕਸਪਰਟਸ ਨੇ ਜਿਹੜੇ ਇਸ ਮਾਮਲੇ ਅਜਿਹੇ ਮਾਮਲਿਆਂ ਦੇ ਮਾਹਰ ਲੋਕ ਨੇ, ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਚੀਜ਼ ਸਾਰੀ ਜਾਣਬੁੱਝ ਕੇ ਕ੍ਰੀਏਟ ਕੀਤੀ ਗਈ ਸੀ ਕਿਉਂਕਿ ਇਹ ਆਉਣ ਵਾਲੇ ਸਮੇਂ ਦੇ ਦੌਰਾਨ ਜੇਕਰ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਸੀ, ਜੇਕਰ ਕਿਸੇ ਮਾਮਲੇ ਦੇ ਵਿੱਚ ਸਰਕਾਰ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ, ਚਾਹੇ ਉਹ ਬਲਵੰਤ ਸਿੰਘ ਮੁਲਤਾਨੀ ਵਾਲੇ ਮਾਮਲੇ 'ਚ ਹੋਵੇ, ਚਾਹੇ ਉਹ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ 'ਚ ਹੋਵੇ, ਤਾਂ ਉਹ ਇਹ ਕਹਿ ਸਕਣ ਕਿ ਮੈਂ ਤਾਂ ਜੀ ਸਿਟੀ ਸੈਂਟਰ ਘੁਟਾਲੇ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਅਮਰਿੰਦਰ ਸਿੰਘ ਦੇ ਖਿਲਾਫ ਜਿਹੜਾ ਸੀਗਾ ਉੱਥੇ ਗਿਆ ਸੀ, ਤੇ ਇਸ ਕਰਕੇ ਮੈਨੂੰ ਇਹਨਾਂ ਨੇ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਦੀ ਸਾਰੀਆਂ ਪਿੱਛੇ ਕੜੀ ਦਰ ਕੜੀ ਜੁੜਦੀਆਂ ਆ ਰਹੀਆਂ ਨੇ, ਤੇ ਹੁਣ ਜਦੋਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਦਾਲਤ 'ਚ ਬਿਆਨ ਦੇਤਾ ਕਿ ਅਕਿਊਜ਼ ਨੇ, ਦੂਜੇ ਪਾਸੇ ਬਲਵੰਤ ਸਿੰਘ ਮੁਲਤਾਨੀ ਵਾਲੇ ਕੇਸ ਦੇ ਵਿੱਚ ਵੀ ਸੈਣੀ ਫਸ ਗਏ, ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਦਿਲਚਸਪ ਹੋ ਜਾਣਾ ਕਿ ਬਿਆਨ ਕੀ ਨਿਕਲ ਕੇ ਸਾਹਮਣੇ ਆਉਣੇ ਨੇ। ਸੁਮੇਧ ਸਿੰਘ ਸੈਣੀ ਜੇ ਗ੍ਰਿਫਤਾਰ ਹੁੰਦੇ ਨੇ ਤਾਂ ਉਹਨਾਂ ਦੇ ਕੀ ਨਿਕਲ ਕੇ ਸਾਹਮਣੇ ਆਉਣਾ, ਬਾਦਲਾਂ ਦੇ ਬਿਆਨ ਕੀ ਨਿਕਲ ਕੇ ਸਾਹਮਣੇ ਆਉਣੇ ਨੇ, ਕੈਪਟਨ ਸਰਕਾਰ ਇਹ ਆਪਣੇ ਉੱਤੇ ਦੋਸ਼ਾਂ ਨੂੰ ਲੱਗਿਆਂ ਨੂੰ ਜਿਹੜਾ ਉਹ ਇਸ ਚੀਜ਼ ਨੂੰ ਕਿਵੇਂ ਸਫਾਈ ਦਿੰਦੀ ਹੈ, ਤੇ ਉਹ ਸਫਾਈ ਦੇ ਨਾਲ ਕੀ ਉਹ ਸਖਤੀ ਕਰਦੀ ਹੈ। ਮੈਨੂੰ ਤਾਂ ਇਹ ਲੱਗ ਰਿਹਾ ਕਾਸਿਫ ਜੀ, ਜੇ ਮੈਂ ਮਤਲਬ ਕੁਝ ਐਕਸਪਰਟਸ ਦੇ ਨਾਲ ਗੱਲ ਕਰ ਰਿਹਾ ਤਾਂ ਮੈਨੂੰ ਇਹ ਲੱਗ ਰਿਹਾ ਕਿ ਸਰਕਾਰ ਨੂੰ ਜਿਹੜਾ ਉਹ ਬਹਿਬਲ ਕਲਾਂ ਤੇ ਕੋਟਪੁਰਾ ਗੋਲੀकांड ਪਲੱਸ ਜਿਹੜਾ ਬੇਦਬੀ ਕਾਂਡ ਦੇ ਮਾਮਲਿਆਂ ਦੇ ਵਿੱਚ ਸਾਰਾ ਦਾ ਸਾਰਾ ਜਿਹੜਾ ਸੇਕ ਆ ਉਹ ਬਾਦਲਾਂ ਦੇ ਉੱਤੇ ਜਾ ਰਿਹਾ ਸੀ, ਲੇਕਿਨ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਉੱਤੇ ਵੱਡੀ ਕਾਰਵਾਈ ਕਰਕੇ ਉਹ ਜਨਤਾ ਨੂੰ ਜਿਹੜਾ ਸ਼ਾਂਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਏਗੀ 2022 ਦੀਆਂ ਚੋਣਾਂ ਤੋਂ ਪਹਿਲਾਂ, ਤੇ ਇਹ ਹੋ ਸਕਦਾ ਕਿ ਸੁਮੇਧ ਸਿੰਘ ਸੈਣੀ ਦੇ ਉੱਤੇ ਕਾਰਵਾਈ ਹੋ ਜਾਵੇ। ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਸਾਡੇ ਸੀਨੀਅਰ ਐਡੀਟਰ ਕੁਲਵੰਤ ਸਿੰਘ, ਜਿਨ੍ਹਾਂ ਨੇ ਬੜੀ ਬਾਰੀਕੀ ਦੇ ਨਾਲ, ਬੜੇ ਪਿਛੋਕੜ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰ ਆਉਣ ਵਾਲੇ ਸਮੇਂ ਦੇ ਵਿੱਚ ਸੁਮੇਧ ਸੈਣੀ ਮਾਮਲੇ ਦੇ ਵਿੱਚ ਕੀ ਹੋ ਸਕਦਾ ਹੈ, ਕਿਸ ਤਰੀਕੇ ਨਾਲ ਜੇਕਰ ਗ੍ਰਿਫਤਾਰੀ ਹੁੰਦੀ ਹੈ ਤਾਂ ਜੇਕਰ ਉਹ ਖੁਲਾਸੇ ਕਰਦੇ ਨੇ, ਆਪਣੇ ਸਿਆਸੀ ਅਕਾਵਾਂ ਦੇ ਪ੍ਰਤੀ ਕੋਈ ਖੁਲਾਸੇ ਕਰਦੇ ਨੇ, ਤਾਂ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਸਿਆਸੀ ਧਮਾਕਾ ਜਿਹੜਾ ਉਹ ਹੋ ਸਕਦਾ। ਫਿਲਹਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ, ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।